ਬੱਚੇ ਵੈਸੇ ਤਾਂ ਹਰ ਅਭਿਆਸ ਦੇ ਹੀ ਜੋ ਜਿੰਨੇ ਵੀ ਸਵਾਲ ਹੁੰਦੇ ਨੇ ਉਹ ਸਾਰੇ ਜ਼ਰੂਰੀ ਹੁੰਦੇ ਆ, ਸਾਰੇ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਹੁੰਦੇ ਆ। ਪਰ ਬੱਚੋ ਕੁਝ ਇੱਕ ਸਵਾਲ ਹੁੰਦੇ ਆ ਜਿਨ੍ਹਾਂ ਦੇ ਉੱਪਰ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਕਰਨਾ ਹੁੰਦਾ, ਉਹਨਾਂ ਦੀ ਅੱਗੇ ਜਾ ਕੇ ਸਾਨੂੰ ਅਗਲੀਆਂ ਕਲਾਸਾਂ 'ਚ ਵੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇਸ ਅਭਿਆਸ ਦੇ ਵਿੱਚ ਬੇਟਾ ਇੱਕ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਕਿ ਦੋ ਪ੍ਰਮੇਯ ਸੰਖਿਆਵਾਂ ਦੇ ਵਿਚਕਾਰ ਸੰਖਿਆਵਾਂ ਲੱਭਣੀਆਂ। ਇਹਨੂੰ ਬੱਚੇ ਅਸੀਂ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਸਮਝੀਏ ਕਿ ਦੋ ਪ੍ਰਮੇਯ ਸੰਖਿਆਵਾਂ ਦੇ ਵਿਚਕਾਰ ਅਸੀਂ ਸੰਖਿਆਵਾਂ ਕਿਸ ਤਰ੍ਹਾਂ ਲੱਭਣੀਆਂ ਨੇ। ਉਹਦੇ ਤੋਂ ਪਹਿਲਾਂ ਬੱਚੋ ਅਸੀਂ ਇੱਕ ਜੋ ਸਾਨੂੰ ਪਹਿਲਾਂ ਜਾਣਕਾਰੀ ਪਤਾ, ਦੇਖੋ ਬੱਚੋ, ਜਿਸ ਤਰ੍ਹਾਂ ਸਾਨੂੰ ਕੋਈ ਕਹੇ ਕਿ 3 ਅਤੇ 8 ਇਹਦੇ ਵਿਚਕਾਰ ਦੀਆਂ ਸੰਖਿਆਵਾਂ ਲੱਭੋ, ਆਮ ਤੌਰ 'ਤੇ ਅਸੀਂ ਇਹ ਕਹਿ ਦਿੰਦੇ ਹਾਂ 4 5 6 7। ਅਗਰ ਅਸੀਂ ਕੇਵਲ ਪੂਰਨ ਸੰਖਿਆਵਾਂ ਦੀ ਜਾਂ ਸੰਪੂਰਨ ਸੰਖਿਆਵਾਂ ਦੀ ਗੱਲ ਕਰੀਏ, ਹਾਲਾਂਕਿ ਇਹਦੇ ਵਿੱਚ 4.5 4.25 ਪੌਣੇ 5 5.5, ਪਰ ਅਜੇ ਸਿਰਫ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਪੂਰਨ ਸੰਖਿਆਵਾਂ ਦੀ, 3 ਤੋਂ ਲੈ ਕੇ 8 ਦੇ ਵਿਚਕਾਰ, ਭਾਵ 3 ਤੋਂ ਬਾਅਦ ਔਰ 8 ਤੋਂ ਪਹਿਲਾਂ ਇਹ ਸੰਖਿਆਵਾਂ ਸਾਰੀਆਂ ਆ ਜਾਂਦੀਆਂ ਨੇ। ਹੁਣ ਬੱਚੇ ਅਸੀਂ ਵੇਖਦੇ ਹਾਂ ਕਿ ਅਗਰ ਸਾਡੇ ਕੋਲ ਇਹ ਦੋ ਸੰਖਿਆਵਾਂ ਦਿੱਤੀਆਂ ਹੋਣ, ਭਾਵ 3/4 ਅਤੇ 9/4, ਇਹ ਅਗਰ ਦੋ ਸੰਖਿਆਵਾਂ ਦਿੱਤੀਆਂ ਤਾਂ ਇਹਦੇ ਵਿਚਕਾਰ ਵਾਲੀਆਂ ਪ੍ਰਮੇਯ ਸੰਖਿਆਵਾਂ ਅਸੀਂ ਕਿਵੇਂ ਲੱਭ ਸਕਦੇ ਹਾਂ। ਤਾਂ ਬੱਚੋ ਦੇਖੋ, ਇੱਥੇ ਇਹਨਾਂ ਦੋਵਾਂ ਸੰਖਿਆਵਾਂ ਦੇ ਹਰ ਬਿਲਕੁਲ ਬਰਾਬਰ ਨੇ। ਤਾਂ ਢੰਗ ਕੀ ਹੁੰਦਾ, ਅਸੀਂ 3 ਤੋਂ ਬੱਚੇ ਸ਼ੁਰੂ ਕਰਨਾ, 3 ਤੋਂ ਬਾਅਦ ਜਿਸ ਤਰ੍ਹਾਂ 4, ਉਹਦੇ ਹੇਠਾਂ ਹੀ 4 ਲਾ ਦੇਣਾ, ਫਿਰ ਅੱਗੇ 5 6 7 8। ਇਸ ਤਰ੍ਹਾਂ ਬੱਚੋ ਅਸੀਂ ਇਹ ਸਾਰੀਆਂ ਪ੍ਰਮੇਯ ਸੰਖਿਆਵਾਂ ਲੱਭ ਲਈਆਂ ਜੋ 3/4 ਅਤੇ 9/4 ਦੇ ਵਿੱਚ ਨੇ। ਇਹ ਬੱਚੋ ਇੱਕ ਤਰੀਕਾ ਹੁੰਦਾ ਕਿ ਅਸੀਂ 3 ਤੋਂ ਗਿਣਤੀ ਅੱਗੇ ਨੂੰ ਕਰਨੀ ਸ਼ੁਰੂ ਕਰਨੀ ਆ, 9 ਤੱਕ ਜਾਣਾ। ਤਾਂ ਇਹ ਬੱਚੋ ਇੱਕ ਸਿੰਪਲ, ਸੌਖਾ, ਸਧਾਰਨ ਤਰੀਕਾ ਹੈ ਦੋ ਪ੍ਰਮੇਯ ਸੰਖਿਆਵਾਂ ਦੇ ਵਿਚਕਾਰ ਸੰਖਿਆਵਾਂ ਲੱਭਣ ਦਾ, ਜਦੋਂ ਉਹਨਾਂ ਦੇ ਬੱਚੋ ਹਰ ਬਰਾਬਰ ਨੇ। ਹੁਣ ਬੱਚੋ ਤੁਸੀਂ ਇਸ 4 ਨੰਬਰ ਸਵਾਲ ਨੂੰ ਧਿਆਨ ਨਾਲ ਦੇਖੋ, ਇੱਥੇ ਵੀ 2 ਬਟਿਆਂ ਵਾਲੀਆਂ ਸੰਖਿਆਵਾਂ ਭਾਵ ਕਿ ਪ੍ਰਮੇਯ ਸੰਖਿਆਵਾਂ ਦਿੱਤੀਆਂ ਨੇ, ਘਟਾਓ 2/5 1/2, ਔਰ ਸਾਨੂੰ ਕਿਹਾ ਗਿਆ ਕਿ ਇਹਨਾਂ ਦੇ ਵਿਚਕਾਰ 10 ਪ੍ਰਮੇਯ ਸੰਖਿਆਵਾਂ ਅਸੀਂ ਪਤਾ ਕਰਨੀਆਂ ਨੇ। ਤਾਂ ਬੱਚੋ ਦੇਖੋ, ਇੱਥੇ ਹੁਣ ਵੱਖਰੀ ਗੱਲ ਕੀ ਹੈ ਕਿ ਇੱਥੇ ਦੋਨਾਂ ਸੰਖਿਆਵਾਂ ਦੇ ਇਹ ਜੋ ਹਰ ਹਨ 2 ਅਤੇ 5, ਇਹ ਆਪਸ ਵਿੱਚ ਬਰਾਬਰ ਨਹੀਂ ਹੈ। ਜਦੋਂ ਇਸ ਤਰ੍ਹਾਂ ਦਾ ਕੁਐਸਚਨ ਸਾਡੇ ਕੋਲ ਬੱਚਿਓ ਆਉਂਦਾ ਹੈ, ਉਹਨੂੰ ਅਸੀਂ ਕਿਸ ਢੰਗ ਨਾਲ ਉਹਨੂੰ ਹੱਲ ਕਰਨਾ, ਅਸੀਂ ਬੇਟਾ ਇੱਥੇ ਸਿੱਖਣਾ। ਤਾਂ ਬੱਚੋ ਇਹਨਾਂ ਨੂੰ ਹੱਲ ਕਰਨ ਦਾ ਤਰੀਕਾ ਕੀ ਹੈ, ਅਸੀਂ ਸਭ ਤੋਂ ਪਹਿਲਾਂ ਇਸ ਸੰਖਿਆ ਔਰ ਇਸ ਸੰਖਿਆ ਦੇ ਹਰਾਂ ਨੂੰ ਆਪਸ ਵਿੱਚ ਬਰਾਬਰ ਕਰਨਾ। ਔਰ ਬਰਾਬਰ ਕਰਨ ਦਾ ਇੱਕ ਬੜਾ ਹੀ ਵਧੀਆ ਤਰੀਕਾ ਬੱਚਾ ਸਾਡੇ ਕੋਲ ਹੈ, ਉਹ ਦੇਖੋ ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਸ ਪ੍ਰਮੇਯ ਸੰਖਿਆ ਨੂੰ ਲਿਖ ਲੈਂਦੇ ਹਾਂ। ਮੈਂ ਫਿਰ ਦੁਬਾਰਾ ਬਰਾਬਰ ਪਾ ਕੇ ਇਸ ਪ੍ਰਮੇਯ ਸੰਖਿਆ ਨੂੰ ਲਿਖ ਲਿਆ। ਇਹ ਸਾਰੇ ਬੱਚੇ ਤੁਸੀਂ ਦੇਖ ਰਹੇ ਹੋ। ਹੁਣ ਬੱਚੋ ਕੀ ਕਰਨਾ ਹੈ ਕਿ ਜੋ ਦੂਸਰੀ ਪ੍ਰਮੇਯ ਸੰਖਿਆ ਹੈ ਉਸ ਦੇ ਹਰ ਵਿੱਚ 2 ਪਿਆ ਹੈ। ਇਸ 2 ਨੂੰ ਇੱਥੋਂ ਵੇਖ ਕੇ ਇਸ 2 ਦੇ ਨਾਲ ਇੱਥੇ ਵੀ ਗੁਣਾ ਕਰ ਦੇਣੀ ਆ ਔਰ ਇੱਥੇ ਵੀ ਗੁਣਾ ਕਰ ਦੇਣੀ ਆ। ਇਹ ਪੁਆਇੰਟ ਨੂੰ ਬੱਚੋ ਤੁਸੀਂ ਧਿਆਨ ਨਾਲ ਨੋਟ ਕਰਨਾ। ਇਹੋ ਹੀ ਕੰਮ ਅਸੀਂ ਦੂਜੀ ਸੰਖਿਆ ਨਾਲ ਵੀ ਕਰਾਂਗੇ। ਪਹਿਲਾਂ ਅਸੀਂ ਇਹਦੇ ਉੱਤੇ ਧਿਆਨ ਕਰੀਏ ਕਿ ਦੂਜੀ ਸੰਖਿਆ ਦੇ ਹਰ ਨੂੰ ਮੈਂ ਲਿਆ, ਪਹਿਲੀ ਸੰਖਿਆ ਦੇ ਅੰਸ਼ ਨੂੰ ਵੀ ਗੁਣਾ ਕਰ ਦਿੱਤੀ, ਹਰ ਨੂੰ ਵੀ, ਉੱਪਰ ਵੀ ਹੇਠਾਂ ਵੀ। ਤਾਂ ਗੁਣਾ ਕਰਨ ਤੋਂ ਬਾਅਦ ਬੱਚੋ ਕੀ ਆਏਗਾ, ਘਟਾਓ 4/10। ਤਾਂ ਇਸ ਦਾ ਭਾਵ ਕੀ ਹੈ ਕਿ ਅਸੀਂ ਘਟਾਓ 2/5 ਨੂੰ ਨਵਾਂ ਰੂਪ ਦੇ ਦਿੱਤਾ, ਘਟਾਓ 4/10। ਇਸੇ ਤਰ੍ਹਾਂ ਬੱਚੋ ਹੁਣ ਇਸ ਸੰਖਿਆ ਦੀ ਵਾਰੀ ਹੈ, 1/2 ਬਰਾਬਰ ਹੈ, ਫਿਰ 1/2 ਲਿਖਿਆ, ਇਹ ਬਟੇ ਨੂੰ ਥੋੜ੍ਹਾ ਵੱਡਾ ਕਰਤਾ, ਇੱਥੇ ਵੀ ਗੁਣਾ, ਇੱਥੇ ਵੀ ਗੁਣਾ। ਹੁਣ ਇੱਥੇ ਗੁਣਾ ਕਰਨ ਵਾਸਤੇ ਕਿੱਥੋਂ ਅੰਕ ਵੇਖਾਂਗੇ, ਇਸ ਸੰਖਿਆ ਕੋਲ ਗਏ, ਇਸ ਦੇ ਹੇਠਾਂ ਹਰ ਹੈ, ਇਸ ਹਰ ਨੂੰ ਇੱਥੇ ਵੀ ਗੁਣਾ ਕਰ ਦਿੰਦੇ ਹਾਂ, ਇੱਥੇ ਵੀ ਗੁਣਾ ਕਰ ਦਿੰਦੇ ਹਾਂ। ਚਲੋ ਵੇਖਦੇ ਹਾਂ, 5 1 5 ਆ ਗਿਆ, 2 5 10। ਤਾਂ ਬੱਚੋ ਧਿਆਨ ਨਾਲ ਦੇਖੋ ਕਿ ਇਹਨਾਂ ਦੋਨਾਂ ਸੰਖਿਆਵਾਂ ਦੇ ਹੁਣ ਅਸੀਂ ਹਰ ਜੋ ਹਨ ਉਹ ਬਰਾਬਰ ਕਰ ਲਏ ਹਨ।
ਤਾਂ ਸਾਡੇ ਕੋਲ ਹੁਣ ਇਹ ਦੋ ਸੰਖਿਆਵਾਂ ਇਸ ਰੂਪ ਵਿੱਚ ਆ ਗਈਆਂ ਹਨ। ਅਸਲੀ ਸੰਖਿਆਵਾਂ ਤਾਂ ਬੱਚੋ ਸਾਡੀਆਂ ਇਹ ਸਨ। ਆ ਜੋ ਪਹਿਲੀ ਸੰਖਿਆ ਘਟਾਓ 2/5 ਹੈ ਔਰ ਦੂਜੀ ਸੰਖਿਆ 1/2 ਹੈ, ਪਰ ਅਸੀਂ ਇਹਨਾਂ ਨੂੰ ਇਸ ਰੂਪ ਵਿੱਚ ਬਦਲ ਲਿਆ। ਇਸ ਨੂੰ ਅਸੀਂ ਧਿਆਨ ਨਾਲ ਸਮਝਣਾ ਹੈ ਇਹ ਸੰਖਿਆ ਉਹੀ ਹੈ, ਪਰ ਇਹ ਸੰਖਿਆ ਇਸ ਦੀ ਤੁਲ ਹੈ। ਇਹ ਢੰਗ ਹੁੰਦਾ ਸਾਡੇ ਕੋਲ ਬੱਚੋ ਕਿ ਇਸ ਨੂੰ ਨਵਾਂ ਰੂਪ ਦੇਣ ਦਾ। ਹੁਣ ਬੱਚੋ ਸਾਡਾ ਮੁੱਖ ਕੰਮ ਕੀ ਰਹਿ ਗਿਆ ਹੈ ਕਿ ਹੁਣ ਅਸੀਂ ਘਟਾਓ 4/10 ਔਰ 5/10 ਦੇ ਵਿਚਕਾਰ 10 ਪ੍ਰਮੇਯ ਸੰਖਿਆਵਾਂ ਪਤਾ ਕਰਨੀਆਂ ਹਨ। ਚਲੋ ਇਸ ਨੂੰ ਕਰਦੇ ਹਾਂ। ਤਾਂ ਬੱਚੋ ਹੁਣ ਤੱਕ ਅਸੀਂ ਕੀ ਕੀਤਾ, ਘਟਾਓ 2/5 ਨੂੰ ਘਟਾਓ 4/10 ਵਿੱਚ ਬਦਲ ਦਿੱਤਾ, 1/2 ਨੂੰ ਅਸੀਂ 5/10 ਵਿੱਚ ਬਦਲ ਦਿੱਤਾ। ਹੁਣ ਬੱਚੋ ਸਾਡਾ ਮੁੱਖ ਕੰਮ ਕੀ ਹੈ ਕਿ ਘਟਾਓ 4/10 ਅਤੇ 5/10 ਦੇ ਵਿਚਕਾਰ ਅਸੀਂ ਜੋ ਸੰਖਿਆਵਾਂ ਹਨ ਉਹ ਲੱਭਣੀਆਂ ਹਨ। ਤਾਂ ਬੱਚੋ ਅਸੀਂ ਕੀ ਕਰਾਂਗੇ, ਵੈਸੇ ਵੇਖਣ ਨੂੰ ਲੱਗਦਾ ਹੈ ਕਿ 4 ਅਤੇ 5 ਦੇ ਵਿਚਕਾਰ ਸੰਖਿਆਵਾਂ ਕਿੰਨੀਆਂ ਕੁ ਹੋ ਸਕਦੀਆਂ, ਪਰ ਬੱਚੋ ਧਿਆਨ ਕਰੀਏ ਇੱਥੇ ਘਟਾਓ ਹੈ। ਹੁਣ ਬੱਚੋ ਅਸੀਂ ਕੀ ਕਰਨਾ ਹੈ ਕਿ ਘਟਾਓ 4 ਤੋਂ ਸ਼ੁਰੂ ਹੋਣਾ ਔਰ 5 ਤੱਕ ਜਾਣਾ। ਦੇਖਦੇ ਹਾਂ ਵੀ ਕਿੰਨੀਆਂ ਸਾਨੂੰ ਸੰਖਿਆਵਾਂ ਲੱਭ ਸਕਦੀਆਂ। ਸਾਡਾ ਨਿਸ਼ਾਨਾ 10 ਸੰਖਿਆਵਾਂ ਲੱਭਣ ਦਾ ਸੀ। ਵੇਖਣ ਦੇ ਤਾਂ ਇਹ ਲੱਗਦਾ ਕਿ 4 ਅਤੇ 5 ਦੇ ਵਿਚਕਾਰ ਕੁਛ ਵੀ ਨਹੀਂ ਹੈ, ਜਾਂ ਜਿਹੜੀਆਂ ਸੰਖਿਆਵਾਂ ਨੇ ਪੁਆਇੰਟਾਂ ਵਿੱਚ ਨੇ, ਪਰ ਬੱਚੋ ਧਿਆਨ ਕਰੀਏ ਜਿਹੜਾ ਘਟਾਓ 4 ਹੈ, ਅਗਰ ਅਸੀਂ ਸੰਖਿਆ ਰੇਖਾ ਦੇ ਉੱਤੇ ਨਿਗਾਹ ਮਾਰੀਏ ਤਾਂ ਬੱਚੋ ਘਟਾਓ 4 ਘਟਾਓ ਵਾਲੇ ਪਾਸੇ ਆ, ਜਦ ਕਿ ਜਿਹੜਾ 5 ਆ ਬੱਚੋ ਪਰਲੇ ਪਾਸੇ ਆ। ਇਸ ਕਰਕੇ ਬੱਚੋ ਇਹਦੇ ਵਿੱਚ ਕਾਫੀ ਸਾਰੀਆਂ ਸੰਖਿਆਵਾਂ ਨੇ। ਚਲੋ ਅਸੀਂ ਦੇਖਦੇ ਹਾਂ ਵੀ ਸਾਨੂੰ ਕਿੰਨੀਆਂ ਕੁ ਲੱਭਦੀਆਂ, 10 ਸਾਡੀਆਂ ਪੂਰੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ। ਤਾਂ ਬੱਚੋ ਅਸੀਂ ਕੀ ਕਰਦੇ ਹਾਂ, 4 ਤੋਂ ਬਾਅਦ ਘਟਾਓ 3, ਕਿਉਂਕਿ ਅਸੀਂ 0 ਵਾਲੇ ਪਾਸੇ ਜਾਣਾ। ਫਿਰ ਘਟਾਓ 2/10, ਘਟਾਓ 1/10, 0/10, ਫਿਰ 1/10, 2/10, 3/10, 4/10। ਇਹ ਬੱਚੋ ਇਸ ਤਰ੍ਹਾਂ ਅਸੀਂ ਸਾਰੀਆਂ ਸੰਖਿਆਵਾਂ ਲਿਖਤੀਆਂ, ਕਿਉਂਕਿ ਅੱਗੇ 5/10 ਆ ਜਾਂਦਾ। ਇਹਨਾਂ ਦੇ ਵਿਚਕਾਰ ਇਹਨਾਂ ਨੂੰ ਗਿਣਦੇ ਹਾਂ, 1 2 3 4 5 6 7 8। ਇਹ ਤਾਂ ਬੱਚੋ 8 ਹੀ ਹੋਈਆਂ, ਪਰ ਸਾਨੂੰ ਚਾਹੀਦੀਆਂ ਕਿੰਨੀਆਂ ਸੀ, ਸਾਨੂੰ 10 ਚਾਹੀਦੀਆਂ ਸੀ। ਤਾਂ ਇਹਦਾ ਮਤਲਬ ਕੀ ਹੋਇਆ ਬੱਚੋ ਕਿ ਸਾਡਾ ਮਸਲਾ ਇੰਨੇ ਨਾਲ ਹੱਲ ਨਹੀਂ ਹੋਇਆ। ਜੇ ਤਾਂ ਸਾਨੂੰ ਕੇਵਲ 5 ਕਹੀਆਂ ਹੁੰਦੀਆਂ ਤਾਂ ਫਿਰ ਤਾਂ ਇਸ ਢੰਗ ਦੇ ਨਾਲ ਹੀ ਸਾਡਾ ਮਸਲਾ ਹੱਲ ਹੋ ਜਾਣਾ ਸੀ। ਹੁਣ ਅਸੀਂ ਵੇਖੀਏ ਕਿ ਪਹਿਲਾਂ ਸ਼ੁਰੂ ਦੇ ਵਿੱਚ ਤਾਂ ਸਾਨੂੰ ਇੱਕ ਵੀ ਸੰਖਿਆ ਲੱਭਣ ਵਿੱਚ ਪਰੇਸ਼ਾਨੀ ਆ ਰਹੀ ਸੀ ਇਹਦੇ ਵਿੱਚ, ਕਿਉਂਕਿ ਬਹੁਤ ਥੋੜ੍ਹੀਆਂ ਸੰਖਿਆਵਾਂ ਸਨ। ਪਰ ਅਸੀਂ ਕੀ ਕੀਤਾ, ਹਰ ਬਰਾਬਰ ਕਰ ਦਿੱਤੇ ਇਹਨਾਂ ਦੇ, ਕਿਉਂਕਿ ਪਹਿਲਾਂ ਹਰ ਬਰਾਬਰ ਨਹੀਂ ਸਨ। ਜਦੋਂ ਹੀ ਅਸੀਂ ਬੱਚੋ ਹਰ ਬਰਾਬਰ ਕੀਤੇ, ਪਰ ਕੀਤੇ ਕਿਵੇਂ ਸੀ, ਅਸੀਂ ਕਿਸੇ ਨਾ ਕਿਸੇ ਅੰਕ ਨਾਲ ਇੱਧਰ ਗੁਣਾ ਕਰਤੀ, ਕਿਸੇ ਨਾ ਕਿਸੇ ਨੇ ਇੱਧਰ ਕਰਤੀ। ਇਹਦਾ ਮਤਲਬ ਇੱਥੋਂ ਸਾਨੂੰ ਪਤਾ ਲੱਗਦਾ ਹੈ ਵੀ ਅਗਰ ਅਸੀਂ ਆਪਦੀ ਮਰਜ਼ੀ ਨਾਲ ਇਸ ਤਰ੍ਹਾਂ ਗੁਣਾ ਕਰ ਸਕਦੇ ਹਾਂ ਤਾਂ ਕਿਉਂ ਨਾ ਇਸ ਤਰ੍ਹਾਂ ਦੀ ਗੁਣਾ ਕਰ ਲਈ ਜਾਵੇ ਕਿ ਇੱਥੇ ਸੰਖਿਆਵਾਂ ਹੋਰ ਵੱਡੀਆਂ ਆ ਜਾਣ। ਹੁਣ ਬੱਚੋ ਇਹ ਨੁਕਤੇ ਨੂੰ ਅਸੀਂ ਬੜੇ ਧਿਆਨ ਦੇ ਨਾਲ ਸਮਝਣਾ ਹੈ ਕਿ ਇੱਥੇ ਇਹ ਕਿਸ ਤਰ੍ਹਾਂ ਕਰਨਾ। ਤਾਂ ਬੱਚੋ ਅਸੀਂ ਹੁਣ ਕੀ ਕਰਦੇ ਹਾਂ, ਦੇਖੋ ਪਹਿਲਾਂ ਤਾਂ ਅਸੀਂ ਇਹਨਾਂ ਦੇ ਹਰ ਬਰਾਬਰ ਕਰ ਲਏ। ਹੁਣ ਬੱਚੋ ਜੋ ਅਸੀਂ ਇੱਕ 7ਵੀਂ ਵਿੱਚ ਚੀਜ਼ ਸਿੱਖੀ ਹੋਈ ਆ ਕਿ ਅਸੀਂ ਇਹਦੀਆਂ ਤੁਲ ਸੰਖਿਆਵਾਂ ਹੋਰ ਜਿੰਨੀਆਂ ਮਰਜ਼ੀ ਲਿਖ ਸਕਦੇ ਹਾਂ, ਉਸ ਗੁਣ ਨੂੰ ਅਸੀਂ ਇੱਥੇ ਵਰਤਾਂਗੇ। ਦੇਖੋ ਬੱਚੋ, ਅਗਰ ਮੈਂ ਇੱਥੇ 2 ਨਾਲ ਫਿਰ ਗੁਣਾ ਕਰ ਦੇਵਾਂ, ਪਰ ਸ਼ਰਤ ਆ ਉੱਪਰ ਵੀ 2 ਨਾਲ ਹੇਠਾਂ ਵੀ 2 ਨਾਲ, ਤਾਂ ਕੀ ਹੋਏਗਾ, ਘਟਾਓ 8 ਸਾਡੇ ਕੋਲ 20 ਬਣ ਜਾਏਗਾ। ਇੱਥੇ ਵੀ ਅਸੀਂ ਕੀ ਕਰਦੇ ਹਾਂ, 2 ਨਾਲ ਹੀ ਉੱਪਰ 2 ਨਾਲ ਹੀ ਹੇਠਾਂ, ਸਾਡੇ ਕੋਲ 10/20 ਇਹ ਸੰਖਿਆ ਬੱਚੋ ਬਣ ਜਾਏਗੀ। ਭਾਵ ਕਿ ਜੋ ਬੇਟਾ ਸਾਡੇ ਹਰ ਹਨ ਉਹ ਥੋੜ੍ਹੇ ਜਿਹੇ ਵੱਡੇ ਹੋ ਗਏ ਹਨ। ਅਸੀਂ ਪਹਿਲਾਂ 4 ਅਤੇ 5 ਦੇ ਵਿੱਚ ਕੈਦ ਸਾਂ, ਪਰ ਬੱਚੋ ਹੁਣ ਸਾਨੂੰ ਥੋੜ੍ਹੀ ਜਿਹੀ ਵੱਧ ਲਿਮਟ ਮਿਲ ਗਈ ਹੈ। ਅਸੀਂ ਹੁਣ ਘਟਾਓ 8 ਤੋਂ ਸ਼ੁਰੂ ਕਰਾਂਗੇ ਔਰ 10 ਤੱਕ ਜਾਵਾਂਗੇ। ਸਾਨੂੰ 10 ਤੋਂ ਵੀ ਵੱਧ ਜੋ ਪ੍ਰਮੇਯ ਸੰਖਿਆਵਾਂ ਨੇ ਇੱਥੇ ਮਿਲ ਜਾਣਗੀਆਂ। ਤਾਂ ਬੱਚੋ ਹੁਣ ਅਸੀਂ ਉਸ ਚੀਜ਼ ਨੂੰ ਥੋੜ੍ਹਾ ਜਿਹਾ ਦੁਬਾਰਾ ਦੁਹਰਾਈਏ। ਅਸੀਂ ਕੀ ਕੀਤਾ ਸੀ, ਘਟਾਓ 2/5 ਔਰ 1/2 ਦੇ ਵਿਚਕਾਰ ਪ੍ਰਮੇਯ ਸੰਖਿਆਵਾਂ ਲੱਭਣੀਆਂ ਚਾਹੁੰਦੇ ਸੀ। ਅਸੀਂ ਕੀ ਕੀਤਾ, ਇਸ ਦਾ ਰੂਪ ਬਦਲ ਕੇ ਘਟਾਓ 4/10 ਕਰਤਾ ਸੀ। ਪਿੱਛੇ ਅਸੀਂ ਵੀਡੀਓ 'ਚ ਕਰ ਚੁੱਕੇ ਹਾਂ। ਇਸ ਦਾ ਅਸੀਂ ਰੂਪ ਬਦਲ ਕੇ 5/10 ਕਰ ਦਿੱਤਾ ਸੀ। ਅਤੇ 4 ਅਤੇ 5 ਦੇ ਵਿਚਕਾਰਲੀਆਂ ਸੰਖਿਆਵਾਂ ਇਸ ਸੰਖਿਆ ਰੇਖਾ ਦੇ ਹਿਸਾਬ ਨਾਲ ਲੱਭਣੀਆਂ ਸ਼ੁਰੂ ਕੀਤੀਆਂ, ਪਰ ਸਾਡੀ 10 ਗਿਣਤੀ ਪੂਰੀ ਨਹੀਂ ਸੀ ਹੋਈ। ਅਸੀਂ ਫਿਰ ਕੀ ਕੀਤਾ,
ਇਸ ਨੂੰ ਘਟਾਓ 8/20 ਵਿੱਚ ਬਦਲ ਦਿੱਤਾ, ਇਹਨੂੰ 10/20 ਦੇ ਰੂਪ ਵਿੱਚ ਬਦਲ ਦਿੱਤਾ। ਤਾਂ ਬੱਚੋ ਅਸੀਂ ਕੀ ਕੀਤਾ ਕਿ ਹਰ ਨੂੰ ਬਰਾਬਰ ਹੀ ਰੱਖਿਆ, ਇੱਥੇ ਵੀ ਹਰ ਬਰਾਬਰ ਸੀ, ਪਰ ਅੰਸ਼ਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਵੱਡਾ ਕਰ ਦਿੱਤਾ। ਹੁਣ ਬੱਚਿਓ ਅਸੀਂ ਘਟਾਓ 8 ਤੋਂ ਲੈ ਕੇ 10 ਦੇ ਵਿਚਕਾਰ, ਸਾਨੂੰ ਵਿਚਕਾਰ ਰਕਮਾਂ ਅਸੀਂ ਲੱਭਣੀਆਂ ਨੇ, ਔਰ ਸਾਡੇ ਧਿਆਨ 'ਚ ਇਹ ਵੀ ਗੱਲ ਹੋਣੀ ਚਾਹੀਦੀ ਆ ਕਿ ਰਸਤੇ 'ਚ ਕਿਤੇ ਨਾ ਕਿਤੇ ਜ਼ੀਰੋ ਜ਼ਰੂਰ ਆਏਗੀ। ਜਦੋਂ ਅਸੀਂ ਇਸ ਤੋਂ ਪਿੱਛੇ ਮੁੜਾਂਗੇ, ਅਗਰ ਇਹ ਸੰਖਿਆ ਰੇਖਾ ਹੋਵੇ, ਸਾਨੂੰ ਪਤਾ ਇੱਥੇ ਘਟਾਓ 7 ਵੀ ਆਏਗਾ, ਘਟਾਓ 6 ਵੀ ਆਏਗਾ, ਕਰਦਿਆਂ ਹੁਣ ਸਾਡੇ ਕੋਲ ਕਾਫੀ ਸਾਰੀਆਂ ਸੰਖਿਆਵਾਂ ਹੋ ਜਾਣਗੀਆਂ। ਤਾਂ ਹੁਣ ਬੱਚਿਓ ਅਸੀਂ ਜਿਹੜੀਆਂ ਆਪਣੀਆਂ ਲੋੜੀਂਦੀਆਂ ਪ੍ਰਮੇୟ ਸੰਖਿਆਵਾਂ ਦੀ ਗਿਣਤੀ ਪੂਰੀ ਕਰ ਸਕਦੇ ਹਾਂ। ਤਾਂ ਬੱਚਿਓ ਹੁਣ ਇਸ ਸਵਾਲ ਨੂੰ ਖਤਮ ਕਰੀਏ ਅਸੀਂ। ਤਾਂ ਬੱਚਿਓ ਸਭ ਤੋਂ ਪਹਿਲਾ ਸਟੈਪ ਕੀ ਆ ਕਿ ਜਦੋਂ ਵੀ ਸਾਨੂੰ ਕੋਈ ਦੋ ਪ੍ਰਮੇୟ ਸੰਖਿਆਵਾਂ ਦਿੱਤੀਆਂ ਹੋਣ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਹਰ ਬਰਾਬਰ ਕਰ ਲੈਣੇ ਆ। ਬੜਾ ਸਿੰਪਲ ਤਰੀਕਾ ਕਿ ਇਸ ਦੇ ਹਰ ਦੇ ਨਾਲ ਉੱਪਰ ਥੱਲੇ ਪਹਿਲੀ ਸੰਖਿਆ ਨੂੰ ਗੁਣਾ ਕਰ ਦੇਣੀ ਆ, ਫਿਰ ਜਦੋਂ ਇਹਦੀ ਵਾਰੀ ਆਏਗੀ ਇਹਨੂੰ ਇਸ ਦੇ ਹਰ ਨਾਲ ਉੱਪਰ ਥੱਲੇ ਗੁਣਾ ਕਰ ਦੇਣੀ ਆ, ਇੱਥੇ ਰੁਕ ਕੇ। ਫਿਰ ਬੱਚਿਓ ਅਸੀਂ ਰਫ ਕੰਮ 'ਚ ਧਿਆਨ ਕਰ ਲੈਣਾ ਹੈ ਕਿ ਜਿਹੜੇ ਹੁਣ ਤੱਕ ਹਰ ਉੱਪਰ ਅੰਸ਼ ਬਣ ਚੁੱਕੇ ਨੇ, ਭਾਵ ਘਟਾਓ 4 ਅਤੇ ਇਹ ਵਾਲਾ ਅੰਸ਼ 5 ਬਣ ਚੁੱਕਿਆ ਹੈ, ਕਿ ਇਹਦੇ ਵਿਚਕਾਰ ਸਾਡੀਆਂ ਸੰਖਿਆਵਾਂ ਦੀ ਗਿਣਤੀ ਪੂਰੀ ਹੁੰਦੀ ਆ। ਅਗਰ ਤਾਂ ਹੁੰਦੀ ਆ, ਸੰਖਿਆਵਾਂ ਲਿਖ ਦੇਣੀਆਂ। ਅਗਰ ਲੱਗਦਾ ਹੈ ਕਿ ਗਿਣਤੀ ਨਹੀਂ ਪੂਰੀ ਹੋ ਰਹੀ, ਫਿਰ ਬੱਚੋ ਅਗਲਾ ਕੰਮ ਬਹੁਤ ਹੀ ਸਿੰਪਲ ਹੈ। ਕੀ ਕਰਾਂਗੇ ਅਸੀਂ ਇੱਥੇ ਮੰਨ ਲਓ 2 ਨਾਲ ਗੁਣਾ ਕਰ ਦਿੰਦੇ ਹਾਂ। ਤਾਂ ਧਿਆਨ ਕਰਨਾ ਕਿ ਹੁਣ ਹੇਠਲੀ ਸੰਖਿਆ ਨੂੰ ਵੀ ਉੱਪਰ ਥੱਲੇ 2 ਨਾਲ ਗੁਣਾ ਕਰਨੀ। ਆਪਾਂ ਵੇਖਦੇ ਇਹਦੇ ਨਾਲ ਕੀ ਹੁੰਦਾ। ਘਟਾਓ 8/20 ਔਰ ਇੱਥੇ ਬਣੇਗਾ 10/20। ਤਾਂ ਇਹਦੇ ਨਾਲ ਕੀ ਹੋਇਆ, ਸਾਡੇ ਹਰ ਵੀ ਬਰਾਬਰ ਰਹਿ ਗਏ, ਪਰ ਜੋ ਉੱਪਰਲੀਆਂ ਸੰਖਿਆਵਾਂ ਨੇ ਘਟਾਓ 8 ਅਤੇ 10 ਭਾਵ ਕਿ ਅੰਸ਼, ਉਹ ਵੀ ਵੱਡੇ ਹੋ ਗਏ ਨੇ ਇੱਕ ਤਰ੍ਹਾਂ ਨਾਲ, ਔਰ ਇਹਨਾਂ ਦੇ ਵਿਚਕਾਰ ਸਾਨੂੰ ਹੁਣ ਜ਼ਿਆਦਾ ਪ੍ਰਮੇୟ ਸੰਖਿਆਵਾਂ ਲੱਭ ਸਕਦੀਆਂ ਨੇ। ਤਾਂ ਬੱਚੋ ਹੁਣ ਅਸੀਂ ਉਹ ਪ੍ਰਮੇୟ ਸੰਖਿਆ ਲਿਖਾਂਗੇ। ਤਾਂ ਬੱਚੋ ਕਿਸ ਤਰ੍ਹਾਂ, ਮੈਂ ਇਸ 8 ਤੋਂ ਸ਼ੁਰੂ ਕਰਦਾ। ਘਟਾਓ 7, ਘਟਾਓ 6, ਘਟਾਓ 5, ਘਟਾਓ 4, 1 2 3 4, ਔਰ ਪੰਜਵੀਂ ਸੰਖਿਆ ਘਟਾਓ 3। ਇਹ ਬੱਚੋ ਅਸੀਂ 0 ਤੇ ਇੱਧਰ ਵਾਲੀਆਂ ਸੰਖਿਆਵਾਂ ਲੈ ਲਈਆਂ ਨੇ। 0 ਤੋਂ ਪਰਲੇ ਪਾਸੇ ਸਾਡੀ ਮਰਜ਼ੀ ਅਸੀਂ ਉਹ ਲੈ ਸਕਦੇ ਹਾਂ। 3 4 5 6 7, 1 2 3 4 5। ਹਰ ਸੰਖਿਆ ਦੇ ਹੇਠਾਂ ਅਸੀਂ 20 ਲਗਾਉਣਾ ਹੈ, ਕਿਉਂਕਿ ਇੱਥੇ ਹਰ ਜਿਹੜੇ ਹਨ ਉਹ 20 ਹਨ। ਲਓ ਬੱਚਿਓ, ਇਸ ਤਰ੍ਹਾਂ ਬੱਚਿਓ ਅਸੀਂ ਸਾਰਿਆਂ ਥੱਲੇ 20 ਲਗਾ ਦਿੱਤਾ। ਤਾਂ ਬੱਚਿਓ ਅਸੀਂ ਕਹਾਂਗੇ ਇਹ ਸਾਡੀਆਂ ਲੋੜੀਂਦੀਆਂ 10 ਪ੍ਰਮੇୟ ਸੰਖਿਆਵਾਂ ਹਨ।